ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰਮੁਖ ਪਿਆਰੇ, ਧੰਨਤਾ ਯੋਗ ਹੋ ਤੁਸੀਂ ਸਾਰੇ ਹੀ। ਕਿੰਨਾ ਸਾਰੇ ਪ੍ਰਯਤਨ ਕਰ ਰਹੇ ਹੋ ਵੀ ਸਾਡੇ ਵਿੱਚ ਏਕਤਾ ਆ ਸਕੇ। ਗੁਰੂ ਮਹਾਰਾਜ ਦੀ ਆਹ ਲਾਈਨ ਤੁਸੀਂ ਸਾਰੇ ਜਾਣਦੇ ਹੋ ਤੇ ਸੁਣਦੇ ਵੀ ਹੋ। ਗੁਰੂ ਮਹਾਰਾਜ ਦਾ ਹੁਕਮ ਹੈ, ਹੋਏ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਇਹਦੇ ਵਿੱਚ ਸਾਰਿਆਂ ਨੇ, ਤੁਸੀਂ ਜਿੰਨੇ ਵੀ ਗੁਰਮੁਖ ਪਿਆਰੇ ਹੋ, ਜ਼ੋਰ ਲਾਇਆ ਕਿ ਸਾਡੀ ਦੁਐਤ ਭਾਵਨਾ ਮਿਟ ਜਾਏ ਤੇ ਸਾਰਾ ਜਿਹੜਾ ਪੰਥ ਇੱਕ ਥਾਂ ਇਕੱਠਾ ਹੋ ਜਾਏ, ਆਪਣਾ ਪ੍ਰੇਮ ਪਿਆਰ ਵੱਧ ਜਾਏ। ਇੱਕ ਜਗ੍ਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਲਾਈਨ ਇਹ ਵੀ ਆਉਂਦੀ ਹੈ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸੁਜਾਏ। ਜੋ ਗੁਰੂ ਨਾਨਕ ਮਹਾਰਾਜ ਦਾ, ਗੁਰੂ ਕਲਗੀਧਰ ਪਿਤਾ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣ ਜਾਂਦਾ ਹੈ, ਉਹ ਜਨਮ ਮਰਨ ਤੇ ਰਹਿਤ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੂਰਨ ਜੁਗਤਾ ਸਾਨੂੰ ਮਿਲੀ ਹੋਈ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤ, ਹਸੰਦਿਆ ਖਲੰਦਿਆ ਪੈਨੰਦਿਆ ਖਵੰਦਿਆ ਵਿੱਚੇ ਹੋਵੈ ਮੁਕਤ। ਬਹੁਤ ਉਪਾਅ ਨਹੀਂ ਕਰਨਾ ਪੈਂਦਾ, ਪੂਰਨ ਜੁਗਤੀ ਜੇ ਹੋਵੇ। ਕੋਈ ਪੁੱਠੇ ਲਟਕਣਾ ਨਹੀਂ ਪੈਂਦਾ, ਘਰ ਛੱਡ ਕੇ ਜੰਗਲਾਂ ਵਿੱਚ ਪਹਾੜਾਂ ਵਿੱਚ ਨਹੀਂ ਜਾਣਾ ਪੈਂਦਾ, ਜਲ ਧਾਰੇ ਪੰਜ ਧੂਣੀਆਂ ਤਾਪਣੀਆਂ ਆਦਿਕ ਕੁਛ ਨਹੀਂ ਕਰਨਾ ਪੈਂਦਾ। ਘਰ ਦੇ ਵਿੱਚ ਰਹਿੰਦਿਆਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਮੁਕਤ ਕਰ ਦਿੰਦੇ ਨੇ। ਇਹ ਸਾਨੂੰ ਇੱਕ ਉਪਾਅ ਦੱਸਦੇ ਨੇ ਗੁਰੂ ਮਹਾਰਾਜ। ਕਿ ਪਿਆਰਿਓ, ਤੁਸੀਂ ਇੱਕ ਕੰਮ ਕਰੋ ਰਲ ਕੇ, ਜਿਹੜਾ ਤੁਸੀਂ ਹੁਣ ਸਾਰਿਆਂ ਨੇ ਕੀਤਾ। ਸਾਰਿਆਂ ਨੇ ਤੁਸੀਂ ਰਲ ਕੇ ਕਿੰਨੀ ਕਿਰਪਾ ਕੀਤੀ ਹੈ ਸਾਰੀ ਸੰਗਤ ਨੇ। ਹੋਏ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਆਪ ਜੀ ਨੇ ਸਾਰਿਆਂ 'ਚ ਇਕੱਤਰਤਾ ਲਿਆਉਣ ਵਾਸਤੇ ਸਹਿਯੋਗ ਦਿੱਤਾ, ਯਤਨ ਕੀਤਾ। ਜੇ ਭਲਾ ਇਕੱਤਰਤਾ ਨਾ ਵੀ ਹੋਵੇ ਤਾਂ ਫਿਰ ਹਰਜ ਕੀ ਹੁੰਦਾ? ਆਪਾਂ ਗੁਰੂ ਮਹਾਰਾਜ ਤੇ ਪੁੱਛ ਲੈਂਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਦੱਸਦੇ ਨਾ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸੁਜਾਏ। ਜਿਸ ਨਰ ਦੀ, ਜਿਸ ਆਦਮੀ ਦੀ ਦੁਬਿਧਾ ਦੁਐਤ ਭਾਵਨਾ, ਆਪੋ ਆਪਣਾ ਰਸਤਾ ਸਾਰਿਆਂ ਦਾ। ਇੱਕ ਆਪਣੇ ਪੰਜਾਬ ਦੀ ਬੋਲੀ ਹੈ, 9 ਪੂਰਬੀਏ 18 ਚੁੱਲ੍ਹੇ। ਕਹਿੰਦੇ ਉਹਨਾਂ 'ਚ ਆਪਸ ਵਿੱਚ ਸੰਧੀ ਪਿਆਰ ਘੱਟ ਹੁੰਦਾ, ਅਤੇ ਜੇ 9 ਪੂਰਬੀਏ ਇਕੱਠੇ ਹੋ ਜਾਣ ਤਾਂ ਚੁੱਲ੍ਹੇ 18 ਹੁੰਦੇ ਨੇ ਉਹਨਾਂ ਦੇ। ਮਤਲਬ ਇੰਨਾ ਆਪਸ ਵਿੱਚ ਫਰਕ। ਸਾਰਿਆਂ ਨੇ ਰਲ ਕੇ ਆਪਾਂ ਕੌਮ ਵਿੱਚ ਏਕਤਾ ਪਿਆਰ ਪੈਦਾ ਕਰਨਾ ਹੈ। ਸਾਰੇ ਆਪਾਂ ਇੱਦਾਂ ਮਿਲਣਾ ਹੈ ਜਿਵੇਂ ਸਕੇ ਭਰਾਵਾਂ ਤੋਂ ਵੀ ਜ਼ਿਆਦਾ। ਸਭ ਤੋਂ ਵੱਡੇ ਸਕੇ ਭਰਾ ਤਾਂ ਉਹੀ ਹੈ ਜਿਹੜੇ ਗੁਰਭਰਾ, ਇੱਕੇ ਗੁਰੂ ਦੇ ਉਪਦੇਸ਼ ਵਾਲੇ। ਸਾਡਾ ਗੁਰੂ ਵੀ ਇੱਕੋ ਹੀ ਹੈ, ਬਾਣੀ ਵੀ ਇੱਕੋ ਹੀ ਹੈ, ਅਤੇ ਲੜ ਵੀ ਸਾਨੂੰ ਇੱਕੋ ਹੀ ਲਾਇਆ, ਉਪਦੇਸ਼ ਵੀ ਸਾਨੂੰ ਇੱਕੋ ਹੀ ਦਿੱਤਾ ਗੁਰੂ ਮਹਾਰਾਜ ਜੀ ਨੇ। ਥੋੜ੍ਹੀ ਬਹੁਤੀ ਜਿਹੜੀ ਸਾਡੇ ਮਨਾਂ ਵਿੱਚ ਸਾਡੀ ਲਾਪਰਵਾਹੀ ਕਰਕੇ, ਜਾਂ ਕੁਝ ਸਮਝ ਲਓ ਦੁਐਤ ਭਾਵਨਾ ਪੈਦਾ ਹੋ ਰਹੀ ਹੈ, ਇਹਦੇ 'ਚ ਫਿਰ ਗੁਰੂ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਨਹੀਂ ਮਿਲਦੀ। ਸਤਿਗੁਰੂ ਪਾਤਸ਼ਾਹ ਦੱਸਦੇ ਨੇ, ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸੁਜਾਏ।
ਜਿਸ ਆਦਮੀ ਦੀ ਦੁਬਦਾ ਦ્વੈਤ ਭਾਵਨਾ ਈਰਖਾ ਨਹੀਂ ਮਿਟਦੀ, ਉਹਨੂੰ ਧਰਮ ਰਾਜਾ ਸਜ਼ਾ ਦਿੰਦਾ। ਇਹਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਰਲ ਕੇ ਬਹੁਤ ਇੰਪਰੂਵਮੈਂਟ ਕੀਤੀ ਹੈ, ਬਹੁਤ ਸਾਰੀ ਸਫਲਤਾ ਕੀਤੀ ਹੈ ਆਪ ਜੀ ਨੇ। ਇਵੇਂ ਹੀ ਸਾਰੇ ਕਿਰਪਾ ਕਰਿਓ, ਆਪਣੇ 'ਚ ਏਕਤਾ ਆ ਜਾਵੇ ਸਾਰੇ ਯੂਕੇ ਵਿੱਚ। ਆਪਣੀ ਏਕਤਾ ਦਾ ਪੰਜਾਬ 'ਤੇ ਵੀ ਅਸਰ ਪੈ ਜੇ, ਉੱਥੇ ਵੀ ਸਾਡੀ ਦ્વੈਤ ਭਾਵਨਾ ਮਿਟ ਜਾਏ। ਆਪਾਂ ਇੱਕ ਹੋ ਜਾਈਏ, ਸਾਹਿਬ ਸੇਵਕ ਇੱਕ, ਇੱਕ ਦ੍ਰਿਸ਼ਟ ਆਇਆ, ਇੱਕੋ ਦੇ ਚੇਲੇ ਹਾਂ, ਇੱਕੋ ਹੀ ਬਾਣੀ ਹੈ, ਇੱਕਾ ਬਾਣੀ ਇੱਕ ਗੁਰ, ਸਭ ਕੁਛ ਆਪਣਾ ਇੱਕੋ ਹੀ ਹੈ। ਅਤੇ ਫਿਰ ਜਿਹੜਾ ਆਪਣਾ ਦੂਜਾਪਣ ਆਉਂਦਾ ਵਿਚਾਲੇ, ਜੇ ਇਹ ਕੱਢ ਦਈਏ, ਸਾਰੇ ਕਿਰਪਾ ਕਰੋ। ਜਿੰਨੇ ਮਹਾਂਪੁਰਸ਼ ਸਿੱਖ ਜਗਤ ਦੇ ਹਨ, ਭਾਵੇਂ ਸੰਤ ਬਾਬਾ ਰਣਧੀਰ ਸਿੰਘ ਜੀ ਹਨ, ਨਾਮ ਜਪਣ ਵਾਲੇ ਜਿੰਨੇ ਵੀ ਹਨ, ਉਹ ਸਾਡੇ ਸਾਰਿਆਂ ਦੇ ਪੂਜਨੀਕ ਹਨ। ਭਾਵੇਂ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਹਨ, ਬਾਬਾ ਕਰਮ ਸਿੰਘ ਮਹਾਰਾਜ ਜੀ ਹੋਏ ਹਨ, ਅਖੰਡ ਕੀਰਤਨੀਏ ਗੁਰਮੁਖ ਹਨ, ਟਕਸਾਲ ਵਾਲੇ ਗੁਰਮੁਖ ਹਨ, ਜਿਤਨੇ ਵੀ ਹੋਏ ਮਹਾਂਪੁਰਸ਼ ਬੰਦਗੀ ਵਾਲੇ ਜਿਹੜੇ ਹੋਏ ਨੇ, ਉਹ ਸਮਝੋ ਕੀਮਤੀ ਹੀਰੇ ਆ ਸਾਡੀ ਕੌਮ ਦੇ। ਸਾਡਾ ਫਰਜ਼ ਬਣਦਾ ਸਾਰਿਆਂ ਦਾ ਸਤਿਕਾਰ ਕਰੀਏ, ਸਾਡੇ ਸਾਰਿਆਂ ਦੇ ਉਹ ਨਮਸਕਾਰ ਕਰਨ ਯੋਗ ਹੈ। ਜਿਹੜਾ ਸਾਧੂ ਹੁੰਦਾ ਉਹ ਸਾਰਿਆਂ ਦਾ ਹੁੰਦਾ, ਇੱਕ ਦਾ ਨਹੀਂ ਹੁੰਦਾ ਉਹ, ਕਿਉਂਕਿ ਉਹਦੀ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਬਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹਿ ਜਾਣੀਐ। ਉਹ ਇੱਕ ਨੂੰ ਹੀ ਦੇਖਦਾ ਹੈ। ਬਾਣੀ ਰਹੀ ਆਪਾਂ ਇੱਕ ਨੂੰ ਹੀ ਸੁਣਦੇ ਹਾਂ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ ਇੱਕ ਜੋ ਅਕਾਲ ਪੁਰਖ ਵਾਹਿਗੁਰੂ ਹੈ, ਇੱਕ ਓਂਕਾਰ ਹੈ। ਸਾਨੂੰ ਉਸ ਦੇ ਲੜ ਲਾਇਆ ਦਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਹੁਣ 11ਵੇਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਉਸੇ ਦੇ ਲੜ ਲਾਉਂਦੇ ਨੇ। ਫਿਰ ਸਾਡੇ ਵਿੱਚ ਤਰੇੜ ਕਿਉਂ ਆਵੇ? ਕਿਉਂ ਨਾ ਸਾਡਾ ਪਿਆਰ ਵਧੇ ਆਪਸ ਵਿੱਚ। ਸਾਰੇ ਸਤਿਪੁਰਸ਼ ਜਿੰਨੇ ਬੰਦਗੀ ਕਰਨ ਵਾਲੇ ਨੇ, ਸੰਤ ਬਾਬੇ ਕਰਤਾਰ ਸਿੰਘ ਮਹਾਂਪੁਰਸ਼ ਅਤੇ ਸੰਤ ਬਾਬੇ ਜਰਨੈਲ ਸਿੰਘ ਹੋਣੇ, ਜਿਨ੍ਹਾਂ ਸਤਿਪੁਰਸ਼ਾਂ ਨੇ ਸੂਰਵੀਰ ਬਹਾਦਰ ਵੀ ਸੀ ਅਤੇ ਸਾਧੂ ਵੀ ਪੂਰੇ ਸੀ, ਦਾਨੀ ਵੀ ਸੀ, ਜਿਨ੍ਹਾਂ ਵਿੱਚ ਸਾਰੇ ਹੀ ਗੁਣ ਸੀ। ਕੋਈ ਵੀ ਬੰਦਗੀ ਵਾਲਾ ਸਾਡੇ ਵਿੱਚ ਹੁੰਦਾ ਹੈ ਤਾਂ ਸਾਰੇ ਸੰਸਾਰ ਦਾ ਪੂਜਨੀਕ ਹੁੰਦਾ। ਉਹਦੇ ਲਈ ਸਾਰੀ ਦੁਨੀਆ ਆਪਣੀ ਹੁੰਦੀ ਹੈ, ਪਰਾਇਆ ਉਹਦੇ ਵਾਸਤੇ ਕੁਛ ਹੁੰਦਾ ਹੀ ਨਹੀਂ। ਆਪਣੇ ਮਨਾਂ ਵਿੱਚ ਇਹ ਨਾ ਆਵੇ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਸਾਰੇ ਇਹਨੂੰ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਲਈਏ। ਇਹ ਗੁਰੂ ਦੇ ਹੁਕਮ ਹੈ ਸਾਡੇ ਸਾਰਿਆਂ ਵਾਸਤੇ। ਸੰਤ ਬਾਬਾ ਕਰਤਾਰ ਸਿੰਘ ਸਤਿਪੁਰਸ਼ ਮਹਾਂਪੁਰਸ਼ ਸੰਤ ਮਹਾਰਾਜ ਸੰਤ ਕਰਤਾਰ ਸਿੰਘ ਜੀ ਪੂਜਣਯੋਗ ਸਾਧੂ ਹੋਏ ਨੇ, ਵੱਡੀ ਕਰਨੀ ਵਾਲੇ, ਵੱਡੀ ਕਮਾਈ ਵਾਲੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੇ ਕੌਮ ਵਾਸਤੇ ਬੜਾ ਕੁਛ ਕੀਤਾ ਹੈ। ਪਰ ਪਰਮੇਸ਼ਰ ਵੱਲੋਂ ਉਹਦੇ ਹੁਕਮ 'ਚ ਹੀ ਹੁੰਦਾ ਜੋ ਕੁਛ ਹੁੰਦਾ ਹੈ। ਮੈਨੂੰ ਉਹਨਾਂ ਦੀ ਸੰਗਤ ਦਾ ਸਮਾਂ ਨਹੀਂ ਮਿਲ ਸਕਿਆ ਬਹੁਤਾ, ਭਾਗਾਂ ਦੀ ਗੱਲ ਸਮਝ ਲਓ। ਪਰ ਉਹ ਮੈਨੂੰ ਉਹਨਾਂ ਦੀ ਮਹਿਮਾ ਦਾ ਪਤਾ ਹੈ। ਕੋਈ ਇੱਕ ਸਿੱਖ ਜਗਤ ਵਿੱਚ ਵੱਡੀ ਹਸਤੀ ਹੋਈ ਹੈ ਅਤੇ ਪੂਜਨੀਕ ਹੋਈ ਹੈ, ਵੱਡੇ ਚੰਗੇ ਕਰਮ ਕੀਤੇ ਨੇ। ਕੌਮ ਦੇ ਵਿੱਚ ਚਮਕਵੇਂ ਹੀਰੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਹੁਣ ਆਪਾਂ ਇੱਕ ਗੱਲ ਰਾੜੇ ਸਾਹਿਬ ਵਾਲੇ ਸਤਿਪੁਰਸ਼ਾਂ ਦੀ ਕਰ ਲੈਂਦੇ ਹਾਂ।
ਥੋੜ੍ਹਾ ਜਿਹਾ ਇਹ ਵੀ ਫਰਕ ਹੈ। ਦਾਸ ਨੂੰ ਇਹਨਾਂ ਦੀ ਸੰਗਤ ਗੁਰਮੁਖ ਪਿਆਰੇ ਸੰਤ ਜਸਵੰਤ ਸਿੰਘ ਜੀ ਹੋਣਾ ਰਾਹੀਂ ਪ੍ਰਾਪਤ ਹੋਈ ਸੀ 1952 ਵਿੱਚ। 1952 ਤੋਂ ਲੈ ਕੇ 1975 ਵਿੱਚ ਇਹਨਾਂ ਸਤਿਪੁਰਸ਼ਾਂ ਨੇ ਆਪਣਾ ਪੰਜ ਭੂਤਕ ਚੋਲਾ ਗੁਰੂ ਨਾਨਕ ਕੁਮਾਰ ਦੇ ਚਰਨਾਂ 'ਚ ਭੇਦ ਕੀਤਾ 26 ਅਗਸਤ ਨੂੰ। ਅਤੇ ਉਹਨਾਂ ਦੇ ਪਾਸ ਸੰਗਤ ਮਿਲੀ ਹੈ। ਐ ਨਹੀਂ ਕਿਸੇ ਸਾਧੂ 'ਚ ਕੋਈ ਕਮੀ ਹੈ, ਸਾਰੇ ਪੂਜਨੀਕ ਹੈ, ਸਤਿਕਾਰਯੋਗ ਹੈ। ਜਿਨ੍ਹਾਂ ਦੇ ਪਾਸ ਥੋੜ੍ਹਾ ਜਿਹਾ ਸਮਾਂ ਰਹਿਣ ਨੂੰ ਮਿਲਿਆ ਹੋਵੇ ਉਹਨਾਂ ਦੀਆਂ ਕਿੰਨੀਆਂ ਗੱਲਾਂ ਯਾਦ ਰਹਿ ਜਾਂਦੀਆਂ। ਇਸ ਕਰਕੇ ਆਪਾਂ ਇਹਨਾਂ ਦਾ ਇੱਕ ਬਚਨ ਯਾਦ ਕਰਦੇ ਹਾਂ। ਇਹ ਮਹਾਂਪੁਰਸ਼ 2 ਦੇਸ਼ਾਂ ਵਿੱਚ ਗਏ ਸੀ, ਸੰਨ 51 ਅਤੇ 52 ਵਿੱਚ ਅਫਰੀਕਾ ਵਿੱਚ। ਸਮਝੋ 951 ਅਤੇ 952 2 ਵਾਰ ਗਏ ਸੀ। ਅਤੇ ਇੱਥੇ ਵੀ ਇੰਗਲੈਂਡ ਵਿੱਚ ਵੀ 2 ਵਾਰ ਆਏ ਸੀ, 1974 ਵਿੱਚ ਅਤੇ 1975 ਵਿੱਚ। ਇੱਥੇ ਵੀ ਬੇਅੰਤ ਸੰਗਤਾਂ ਨੇ ਲਾਭ ਉਠਾਇਆ ਸੀ। 75 ਵਿੱਚ ਦਾਸ ਨਾਲ ਸੀ, ਦਾਸ ਨੂੰ ਸਹੁੰ ਮਿਲਿਆ। ਪਹਿਲੇ ਦਾਸ ਦਾ ਪਾਸਪੋਰਟ ਨਹੀਂ ਸੀ ਬਣਿਆ। ਸਤਿਪੁਰਸ਼ਾਂ ਦੇ ਆਉਣ ਨਾਲ ਇੰਨਾ ਫਰਕ ਪੈ ਗਿਆ, ਦਸਤਾਰਾਂ ਹੀ ਦਸਤਾਰਾਂ ਦਿਸਣ ਲੱਗ ਗਈਆਂ ਸਾਰਿਆਂ ਦੇ ਸਿਰਾਂ 'ਤੇ, ਅਤੇ ਸਾਰੇ ਅੰਮ੍ਰਿਤਧਾਰੀ ਹੋ ਗਏ। ਜਿੱਧਰ ਦੇਖੋ ਉਹੀ। ਪਰ ਉਹਨਾਂ ਦਾ ਸਾਰਿਆਂ ਨਾਲ ਹੀ ਪਿਆਰ ਹੁੰਦਾ। ਉਹ ਸਾਰਿਆਂ ਨੂੰ ਹੀ ਗੁਰੂ ਨਾਨਕ ਰੂਪ ਦੇਖਦੇ ਨੇ। ਉਹੀ ਜੋਤ ਦਿਸਦੀ ਹੈ ਉਹਨਾਂ ਦੇ ਅੰਦਰ, ਕਿਉਂਕਿ ਉਹਨਾਂ ਦੇ ਜੋਤ ਉਹੀ ਸਮਾਈ ਹੁੰਦੀ ਹੈ ਨਾਮ ਬੰਦਗੀ ਦੀ ਤਾਕਤ ਕਰਕੇ। ਉਹਨਾਂ ਦਾ ਬਚਨ ਸੰਗਤ ਛੇਤੀ ਮੰਨ ਲੈਂਦੀ ਹੈ, ਜਿਹੜੇ ਅੰਦਰੋਂ ਸਾਰਿਆਂ ਦਾ ਪਿਆਰ ਕਰਦੇ ਹੁੰਦੇ ਨੇ। ਉਹ ਵਾਹਿਗੁਰੂ ਨਾਲ ਪਿਆਰ ਕਰਦੇ ਨੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਵਾਹਿਗੁਰੂ ਦੇ ਪਿਆਰੇ, ਗੁਰੂ ਨਾਨਕ ਦੇ ਪਿਆਰੇ, ਗੁਰੂ ਕਲਗੀਧਰ ਦੇ ਪਿਆਰੇ ਹੁੰਦੇ ਨੇ, ਉਹ ਸਾਰਿਆਂ ਦਾ ਹੀ ਉਹਨਾਂ ਨੂੰ ਪਿਆਰ ਆਉਂਦਾ। ਉਹਨਾਂ ਦਾ ਕਿਹਾ ਹੋਇਆ ਸਾਰੇ ਮੰਨ ਲੈਂਦੇ ਨੇ। ਇੱਥੇ ਉਦੋਂ ਮੈਂ ਦੇਖਿਆ 75 ਵਿੱਚ ਬੇਅੰਤੀ ਸੰਗਤ ਅੰਮ੍ਰਿਤਧਾਰੀ ਹੋ ਗਈ ਸੀ ਅਤੇ ਨਾਮ ਜਪਣ ਲੱਗ ਗਏ ਸੀ ਬਹੁਤ ਸਾਰੇ। ਇਹ ਨੈਰੋਬੀ ਵਿੱਚ ਵੀ ਗਏ ਸੀ, ਕੰਪਾਲਾ, ਕਈ ਸ਼ਹਿਰਾਂ ਵਿੱਚ। ਨੈਰੋਬੀ ਵਿੱਚ ਇੱਕ ਚੰਨਣ ਸਿੰਘ ਨਾਮਧਾਰੀਆ ਸਿੰਘ ਸੀ, ਉਹਦੇ ਘਰ ਵਿੱਚ ਠਹਿਰੇ ਹੋਏ ਸਨ। ਪਹਿਲੇ ਸੰਤ ਮਨੀ ਸਿੰਘ ਜੀ ਵੀ ਉਹਦੇ ਘਰ ਠਹਿਰੇ ਸੀ। ਉਹ ਸਾਰੇ ਸਾਧੂਆਂ ਦੀ ਸੇਵਾ ਕਰਦਾ ਸੀ, ਕਾਫੀ ਵੱਡਾ ਘਰ ਸੀ ਉਹਦਾ। ਇੱਕ ਵਾਰ ਦੀਵਾਨ ਵਿੱਚ ਆਪਾਂ ਉਹੀ ਗੱਲਾਂ ਯਾਦ ਕਰਦੇ ਹਾਂ ਜਿਹੜੀਆਂ ਆਪਣੇ ਲਾਭਦਾਇਕ ਹੋਣ, ਫਾਇਦੇਮੰਦ ਹੋਣ ਸਾਰਿਆਂ ਦੇ। ਇੱਕ ਨਾਸਤਿਕ ਖਿਆਲਾਂ ਦਾ ਆਦਮੀ ਬੈਠਾ ਸੀ ਦੀਵਾਨ ਵਿੱਚ। ਉਹ ਪਿੱਛੋਂ ਲੁਧਿਆਣੇ ਜ਼ਿਲ੍ਹੇ ਦਾ ਸੀ। ਉਹ ਕਹਿਣ ਲੱਗਿਆ, ਮਹਾਰਾਜ ਪਹਿਲਾਂ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਬਾਕੀ ਜਿਹੜੀਆਂ ਤੁਸੀਂ ਗੁਰੂ ਦੀਆਂ, ਗੁਰੂ ਦੇ ਸਿੱਖਾਂ ਦੀਆਂ ਸਾਖੀਆਂ ਸੁਣਾਉਣੀਆਂ ਨੇ ਪਿੱਛੋਂ ਸੁਣਾ ਲਿਓ। ਸੰਤਾਂ ਨੇ ਥੋੜ੍ਹਾ ਮੁਸਕਰਾ ਕੇ ਕਿਹਾ, ਚੰਗਾ ਪ੍ਰੇਮੀਆ, ਤੂੰ ਵੀ ਦੱਸ ਦੇ ਤੇਰੀ ਗੱਲ ਕੀ ਹੈ। ਕਹਿੰਦੇ ਮੈਂ ਪੜ੍ਹਿਆ ਬਹੁਤ ਪੁਸਤਕਾਂ 'ਚ ਪੁਰਾਣੀਆਂ 'ਚ ਵੀ ਜਿਹੜਾ ਸਾਧੂ ਹੁੰਦਾ ਉਹਦੇ ਸਿਰ 'ਤੇ ਕੁੱਲਾ ਹੁੰਦਾ ਅਤੇ ਉਹਦੇ ਸਿਰ 'ਤੇ ਇੱਕ ਗੋਦੜੀ ਹੁੰਦੀ ਹੈ, ਲੀਰਾਂ ਪਾਟੀਆਂ ਹੋਈਆਂ ਇਕੱਠੀਆਂ ਕਰਕੇ ਉਹ ਲੈਂਦਾ ਉੱਪਰ, ਅਤੇ ਬਹੁਤ ਸਾਦਗੀ ਹੁੰਦੀ ਹੈ, ਪੈਰਾਂ ਤੋਂ ਨੰਗਾ ਹੁੰਦਾ ਹੈ। ਅਤੇ ਮੰਗ ਕੇ ਰੋਟੀ ਖਾਂਦਾ ਹੁੰਦਾ, ਉਹ ਭਿਕਸ਼ਾ ਦਾ ਅੰਨ ਖਾਂਦਾ। ਉਹਨੂੰ ਸਾਧੂ ਕਹਿੰਦੇ ਨੇ, ਮੈਂ ਇੱਦਾਂ ਦਾ ਪੜ੍ਹਿਆ ਮਹਾਰਾਜ ਕਿਸੇ ਪੁਸਤਕ ਵਿੱਚ, ਤੁਸੀਂ ਤਾਂ ਕਿੰਨੇ ਕੀਮਤੀ ਕੱਪੜੇ ਪਾਏ ਨੇ, ਸ਼ਾਹੀ ਵਸਤਰ ਹੈ ਤੁਹਾਡੇ, ਅਤੇ ਤੁਹਾਨੂੰ ਵੀ ਲੋਕ ਸੰਤ ਕਹੀ ਜਾਂਦੇ ਨੇ, ਇਹਦਾ ਮੈਨੂੰ ਜਵਾਬ ਦੇ ਦਿਓ।
संत महाराज जी थोड़ा जिहा मुस्कराए, कहने लगे गुरमुखा ठीक है, धार्मिक ग्रंथों विच बहुत सारे साधुओं का जिक्र आउंदा है, कोई त्यागी कोई विरक्त हैं, कोई सिर ते टोपी भी रखते हैं, गल विच गोदड़ी भी रखते हैं, भिक्षा दा नंगे भी रहिंदे हैं, कई साधु सिर्फ रोटी मांग के खाते हैं। पर गुरु घर विच ऐसा रिवाज नहीं है। गुरु घर विच तां साडे गुरु कलगीधर पिता जी 1.25 लाख का घोड़ा आप जी चढ़ते हुंदे सन, 2.5 लाख की चालनी दे थल्ले आप जी सुशोभित हुंदे सन। उन्होंने इनू फकीरी नहीं मन्निया जिन्हों तू साधुपुणा या फकीरी दसदा है, उन्होंने होर ढंग दस्या। असीं उन्हां दे सिख हां, असीं बहुत सारे भेखां दे सिख नहीं हाँ। उन्हां दा हुक्म है कि सिख जिहड़ा है कीमती वस्त्र पहन सकता है, कीमती घर विच रह सकता है, कार विच रह सकता है, पर उहदे च 3 गल्लां होणियां चाहीदियां न। एक तां सब तो पहली गल है किसी वस्तु की पकड़ खिंचना होवे, जिवें गुरु कलगीधर पिता जी दे किसी वस्तु की अटैचमेंट नहीं सी मन विच। ते दूजी गल है मुख भगती वर्तन वैराग ते दृढ़ ज्ञान विच रहिंदा होवे। मुख भगती का मतलब 8 पहर नाम जपदा होवे, जिमें गुरबाणी विच दिस्या जिन्ना सवास ग्रास न विसरै, हर नामा मन मंत, धन से सही नानका पूर्ण सोई संत। मुख भगती नाम जपदा होवे। दूजा है उहदे मन विच विराग दा वासा होवे, बिन बैराग ना छूट समाया। भगत बाबे रविदास जी भी आउंदा है, उन्होंने माया का त्याग कर दिता सी, अटैचमेंट त्याग कर दी सी, माया की खिच। वो सारी दुनिया विच भगत करके मन्ने गए, पूजे गए। हालांकि बहुत छोटी जात उदों ब्राह्मणों की मनी हुई सी। रविदास ढवंता धोरनीक 3 त्यागी माया। रविदास मरे हुए पशुओं नूं ढोंदा सी, उन्हां दा चम ला के जुत्तियां बनाउंदा सी, ते छोटी जात दा उहदी छां भी नहीं सी कोई लेना चाहता, पर उन्हें माया की अटैचमेंट त्याग दी सी। वो भगत हो गया, परमेश्वर का प्यारा हो गया। प्रगट हुआ साध संग हर दर्शन पाया। सारे साध संगत दे विचों प्रगट हो गया बाबा रविदास साहब जी, ते वाहिगुरू का दर्शन कर लिया, उन्होंने प्राप्त हो गया बाणी विच महाराज जी का हुक्म। जो तू जड़ियाँ गल्लां दसदा है वो सानू गुरु कलगीधर पिता जी ने नहीं दसियां बई इहो जिहा साधु होना चाहिए। उन्होंने सानू दस्या मुख भगती 8 पहर सिमरन वाहिगुरू का करता रहे। वर्तन वैराग, वर्तन दे विच विराग विच रहे, भाव किसी वस्तु की भी अटैचमेंट खिंचना होवे मन विच बिना वाहिगुरू तो। ते तीजी गल है दृढ़ ज्ञान होवे हिरदे विच, वो जानदा होवे कि एक ही वाहिगुरू है, वो सारे परिपूर्ण परमेश्वर जरे जरे च उही है। बण तिन पर्वत है पार ब्रह्म, जैसी आज्ञा तैसा कर्म। कीड़ी विच भी उही है, हाथी विच भी उही है, साडे विच भी उही है।
ਉਸੀ ਨੂੰ ਦੇਖਦਾ ਹੋਵੇ, ਇੱਕ ਨੂੰ ਉਹ ਸਾਰਿਆਂ ਦੇ ਵਿੱਚ। ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਭਗਤੀ ਦੱਸੀ ਹੈ, ਅਤੇ ਲਿਬਾਸ ਵਾਸਤੇ ਨਹੀਂ ਸਾਨੂੰ ਦੱਸਿਆ ਵੀ ਲਿਬਾਸ ਇੱਦਾਂ ਦਾ ਧਾਰੋ, 1000 ਲੀਰਾਂ ਇਕੱਠੀਆਂ ਕਰਕੇ ਗੋਦੜੀ ਬਣਾਓ ਅਤੇ ਉਹਦੇ ਵਿੱਚ ਬੈਠੋ ਅਤੇ ਨੰਗੇ ਪੈਰੀਂ ਰਹੋ ਅਤੇ ਮੋਟੀ ਰੋਟੀ ਮੰਗ ਕੇ ਖਾਓ। ਜਿੱਥੇ ਗੁਰੂ ਕਲਗੀਧਰ ਦਾ ਸਿੱਖ ਬੈਠਾ ਉਹ ਤਾਂ ਲੰਗਰ ਚਲਾਉਂਦਾ, ਆਏ ਗਿਆਂ ਨੂੰ ਵੀ ਜਗ੍ਹਾ ਵੀ ਬਣਾਉਂਦਾ, ਆਏ ਗਿਆਂ ਨੂੰ ਆਰਾਮ ਵੀ ਦਿੰਦਾ। ਸਾਡੇ ਵਾਸਤੇ ਹੁਕਮ ਹੈ ਗੁਰੂ ਪਾਤਸ਼ਾਹ ਦਾ। ਅਤੇ ਤੇਰੇ ਮਨ ਵਿੱਚ ਇਹ ਵਹਿਮ ਹੈ ਬਈ ਉਹ ਸਾਧੂ ਹੋ ਨਹੀਂ ਸਕਦਾ। ਠੀਕ ਹੈ, ਭਾਵੇਂ ਦੇਖਣ ਵਿੱਚ ਸੰਤ ਜਿਹੜੇ ਹਨ ਤਰ੍ਹਾਂ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਕੋਈ ਨਾਗੇ ਸੰਤ, ਕੋਈ ਕਿਸ ਕਿਸਮ ਦੇ, ਕੋਈ ਕਿਸ ਕਿਸਮ ਦੇ, ਕੋਈ ਵਸਤਰ ਪਹਿਨਦੇ ਹਨ, ਕੋਈ ਨਹੀਂ ਪਹਿਨਦੇ, ਕੋਈ ਰੋਟੀ ਮੰਗ ਕੇ ਖਾਂਦੇ ਨੇ। ਇਹਦੇ ਨਾਲ ਕੋਈ ਫਕੀਰ ਜਾਂ ਕੋਈ ਸੰਤ ਨਹੀਂ ਬਣਦਾ ਹੈ। ਸਾਡੇ ਗੁਰੂ ਕਲਗੀਧਰ ਪਿਤਾ ਜੀ ਨੇ ਸਾਨੂੰ ਦੱਸਿਆ, ਸਾਨੂੰ ਤਾਂ ਦੱਸਿਆ ਰੱਬ ਪਿਆਰ ਨਾਲ ਵਸ ਵਿੱਚ ਆਉਂਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮਾ ਭਗਤੀ ਜ਼ਰੂਰੀ ਹੈ। ਵੈਰਾਗ ਤੇ ਬਿਨਾਂ ਅਟੈਚਮੈਂਟ ਨਹੀਂ ਛੁੱਟਦੀ ਕਿਸੇ ਵਸਤੂ ਦੀ, ਮੋਹ ਮਮਤਾ ਦੀ। ਜਿਤਨੀ ਵਸਤੂਆਂ ਦਿਸਣ ਵਾਲੀਆਂ ਉਹਦੇ ਨਾਲ ਮੋਹ ਨਹੀਂ ਟੁੱਟਦਾ ਬਿਨਾਂ ਵੈਰਾਗ ਤੋਂ। ਇਸ ਲਈ ਵਿਰਾਗ ਜ਼ਰੂਰੀ ਹੈ। ਭਾਵੇਂ ਠੀਕ ਹੈ ਬੱਚਿਆਂ ਦੀ ਵੀ ਪਾਲਣਾ ਕਰਨੀ ਹੈ, ਪਤਨੀ ਦਾ ਵੀ ਧਿਆਨ ਰੱਖਣਾ ਹੈ, ਬਾਕੀ ਸਭ ਚੀਜ਼ਾਂ ਦਾ ਧਿਆਨ ਰੱਖਣਾ ਹੈ, ਪਰ ਪਕੜ ਅਟੈਚਮੈਂਟ ਸਿਰਫ ਪਰਮੇਸ਼ਰ ਦੇ ਨਾਮ ਦੀ ਹੋਣੀ ਚਾਹੀਦੀ ਹੈ। ਜਿਹੜੇ ਵਾਹਿਗੁਰੂ ਦੀ ਕਿਰਪਾ ਹਾਸਿਲ ਹੁੰਦੀ ਹੈ ਇਸ ਤਰੀਕੇ ਅਨੁਸਾਰ। ਬਾਕੀ ਜਿਹੜਾ ਭੇਖ ਹੈ, ਭੇਖ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਕਲਗੀਧਰ ਪਿਤਾ ਜੀ ਨੇ ਕੋਈ ਥਾਂ ਨਹੀਂ ਦਿੱਤਾ ਬਈ ਫਲਾਨੇ ਭੇਖ ਵਾਲਾ ਹੀ ਸੰਤ ਹੁੰਦਾ, ਐਸਾ ਨਹੀਂ ਕਿਤੇ ਲਿਖਿਆ। ਗੁਰੂ ਚੌਥੇ ਪਾਤਸ਼ਾਹ ਦੇ ਵੀ ਬਚਨ ਆਪਾਂ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ। ਜਿੰਨਾ ਸਵਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਨ੍ਹਾਂ ਨਾ ਵਿਸਰੈ ਨਾਮ, ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਸਾਨੂੰ ਤਾਂ ਹੁਣ 11ਵੇਂ ਗੁਰੂ ਨਾਨਕ ਮਹਾਰਾਜ ਜਾਂ ਗੁਰੂ ਕਲਗੀਧਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਦਾਂ ਦੱਸਦੇ ਨੇ ਵੀ ਫਕੀਰ ਤਾਂ ਬਣੇਗਾ, ਤੈਨੂੰ ਭੁੱਲਣਾ ਨਹੀਂ ਚਾਹੀਦਾ ਵਾਹਿਗੁਰੂ। ਜਿਨ੍ਹਾਂ ਨਾ ਵਿਸਰਿਆ ਨਾਮ, ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਉਹ ਪਰਮੇਸ਼ਰ ਦਾ ਰੂਪ ਹੀ ਬਣ ਜਾਂਦੇ ਹਨ। ਗੁਰੂ ਘਰ ਵਿੱਚ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਬਾਕੀ ਆਚਾਰ ਵਿਹਾਰ ਸੁਧ ਰੱਖਣਾ, ਨਾਮਦਾਨ ਇਸ਼ਨਾਨ ਜ਼ਰੂਰੀ ਹੈ, ਹੱਕ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਲੋੜਵੰਦ ਦੀ ਮਦਦ ਕਰਨੀ, ਇਹ ਸਾਰੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਹੁਕਮ ਦਿੱਤੇ ਨੇ ਸਾਧੂ ਬਣਨ ਵਾਸਤੇ। ਗੁਰਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ, ਐ ਨਹੀਂ ਵੀ ਰੋਂਦਾ ਹੀ ਰਹਿੰਦਾ ਸਾਰਾ ਦਿਨ ਅਤੇ ਲੀਰਾਂ ਪਹਿਨਦਾ, ਅਤੇ ਫਿਰ ਉਹ ਸਰਬੱਤ ਦਾ ਭਲਾ ਵੀ ਮੰਗਦਾ ਅਤੇ ਨਾਮ ਵੀ ਤੇਰੇ ਭਾਣਾ ਹੈ ਸਰਬੱਤ ਦਾ ਭਲਾ। ਤੇਰਾ ਜਿਹੜਾ ਭਾਣਾ ਹੈ, ਤੇਰੀ ਰਜਾ ਹੈ, ਉਹ ਮੈਨੂੰ ਚੰਗੀ ਲੱਗੇ। ਅਤੇ ਸਰਬੱਤ ਦਾ ਭਲਾ ਮੰਗਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਅਤੇ ਨਾਮ ਮੰਗਦਾ ਸਿੱਖ। ਨਾਮ ਜਪਦਾ ਵੀ ਹੈ ਅਤੇ ਮੰਗਦਾ ਵੀ ਹੈ, ਅਤੇ ਸਭ ਦਾ ਭਲਾ ਕਰਦਾ ਵੀ ਹੈ ਅਤੇ ਮੰਗਦਾ ਵੀ ਹੈ। ਜਿਹੜਾ ਆਦਮੀ ਇਹ ਇੱਛਾ ਰੱਖਦਾ ਹੋਵੇ ਜੋ ਗੁਰੂ ਪਾਤਸ਼ਾਹ ਦਾ ਹੁਕਮ ਹੈ, ਉਹ ਗੁਰਮੁਖਾ ਉਹਨੂੰ ਸੰਤ ਕਿਹਾ ਗੁਰੂ ਘਰ ਵਿੱਚ। ਧਨ ਗਿਰਹੀ ਸੰਨਿਆਸੀ ਜੋਗੀ, ਉਹ ਧਨ ਤਾਂ ਜੋਗ ਗ੍ਰਸਤੀ ਹੈ, ਭਾਵੇਂ ਸੰਨਿਆਸੀ ਹੈ, ਘਰ ਬਾਰ ਛੱਡ ਕੇ ਬਾਹਰ
ਛੱਪਰੀ 'ਚ ਰਹਿੰਦਾ, ਭਾਵੇਂ ਜੋਗੀ ਪਹਾੜਾਂ 'ਤੇ ਜਾ ਕੇ ਸਮਾਧੀਆਂ ਲਾਉਂਦਾ, ਉਹ ਜਿਹੜਾ ਐਸਾ ਆਦਮੀ ਹੈ, ਜੇ ਤਾਂ ਉਹ ਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਨਾਮ ਨਾਲ, ਕਿਉਂਕਿ ਉਹਦਾ ਨਿਰਗੁਣ ਸਰੂਪ ਹੈ ਵਾਹਿਗੁਰੂ ਦਾ, ਉਹਨੂੰ ਆਪਾਂ ਅੱਖਾਂ ਨਾਲ ਦੇਖ ਨਹੀਂ ਸਕਦੇ। ਸਿਰਫ ਨਾਮ ਦੁਆਰਾ ਆਪਾਂ ਉਹਦੀ ਨੇੜਤਾ ਪ੍ਰਾਪਤ ਕਰ ਸਕਦੇ ਹਾਂ। ਉਹਦੇ ਚਰਨਾਂ ਨਾਲ ਜੁੜਨਾ, ਉਹਦਾ ਨਾਮ ਜਪਣਾ, ਅੱਠੇ ਪਹਿਰ ਭੁੱਲਣਾ ਨਾ। ਇਹ ਮਾਰੂ ਮਹੱਲੇ ਪਹਿਲੇ ਵਿੱਚ ਗੁਰੂ ਪਾਤਸ਼ਾਹ ਦਾ। ਜੇ ਇਹ ਗੁਣ ਪਾਏ ਜਾਂਦੇ ਹਨ, ਉਹ ਨਾਸਤਿਕ ਨੂੰ ਕਹਿਣ ਲੱਗੇ ਸਤਿਪੁਰਸ਼ ਤਾਂ ਵੀ ਗੁਰਮੁਖ ਉਹ ਸਾਧੂ ਹੈਗਾ, ਜਿਹੜੇ ਗੁਰਮੁਖ ਗੁਣ ਸਾਨੂੰ ਗੁਰੂ ਮਹਾਰਾਜ ਨੇ ਦੱਸੇ ਨੇ। ਜੇ ਉਹਦੇ 'ਚ ਇਹ ਗੁਣ ਨਹੀਂ ਹੈ, ਕੱਪੜੇ ਲਾ ਕੇ ਨੰਗਾ, ਨਾਗੇ ਵੀ ਹੁੰਦੇ ਨੇ, ਰੋਟੀ ਮੰਗ ਕੇ ਖਾਂਦਾ, ਨੰਗੇ ਪੈਰੀਂ ਫਿਰਦਾ, ਲੀਰਾਂ ਇਕੱਠੀਆਂ ਕਰਕੇ ਉਹ ਗੋਦੜੀ ਬਣਾ ਲੈਂਦਾ, ਫਿਰ ਉਹਦੀ ਕੋਈ ਵੈਲਿਊ ਨਹੀਂ ਹੈ। ਮਹਾਰਾਜ ਕਹਿੰਦੇ ਮਧੂਕੜੀ ਮੰਗ ਕੇ ਖਾਂਦਾ। ਭਾਵਾਂ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਤਰ੍ਹਾਂ ਦੇ ਸਾਡੇ ਵਿੱਚ ਖੱਪਰ ਪੰਥੀਏ। ਮੇਰਾ ਖਿਆਲ ਹੈ ਗਿਆਨੀ ਗਿਆਨ ਸਿੰਘ ਨੇ 350 ਕਿਸਮ ਦਾ ਪੰਥ ਲਿਖਿਆ, ਭੇਖ ਲਿਖੇ ਨੇ ਸਾਡੇ ਦੇਸ਼ ਵਿੱਚ, ਇੰਡੀਆ ਦੀ ਗੱਲ ਹੈ। ਉਹ ਤੁਸੀਂ ਉੱਥੇ ਆਪ ਹੀ ਪੜ੍ਹ ਲਿਓ ਜਾ ਕੇ। ਉਹਨਾਂ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ, 10ਵੇਂ ਪਾਤਸ਼ਾਹ ਮਹਾਰਾਜ ਜੀ ਨੇ, ਕਿ ਸੰਤ ਸਮੂਹ ਅਨੇਕ ਮਤੀ ਕੇ, ਪਰ ਜੇ ਉਸ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਕੋਈ, ਉਹਦੇ ਪਿਆਰ ਦੇ ਵਿੱਚ ਰੰਗਿਆ ਨਹੀਂ ਗਿਆ, ਤਾਂ ਉਹਨਾਂ ਦਾ ਮੁੱਲ ਇੱਕ ਰੱਤੀ ਵੀ ਨਹੀਂ ਹੈ ਉਹ ਜਿਹੇ ਸੰਤਾਂ ਦਾ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਤਾਂ ਭਾਵੇਂ 10ਵੇਂ ਗੁਰੂ ਪਿਤਾ ਜੀ ਨੇ ਬਹੁਤ ਸਾਰੇ ਲਿਖੇ ਹਨ, ਪਰ ਆਪਾਂ ਇੱਕ ਸ਼ਬਦ ਯਾਦ ਕਰ ਲੈਂਦੇ ਹਨ। ਕੂਕਤ ਫਿਰਤ ਕੇਤੇ ਰੋਬਤ ਮਰਤ, ਕੇਤੇ ਜਲ ਮੈਂ ਡੋਬਤ, ਕੇਤੇ ਆਗ ਮੈਂ ਜਰਤ ਹੈ, ਕੇਤੇ ਗੰਗ ਬਾਸੀ, ਕੇਤੇ ਮਦੀਨਾ ਮੱਕਾ ਨਿਵਾਸੀ, ਕੇਤਕ ਉਦਾਸੀ ਕੇ ਭਰਮਾਏ ਫਿਰਤ ਹੈ। ਬਹੁਤ ਸਾਰਿਆਂ ਦਾ ਜ਼ਿਕਰ ਕੀਤਾ। ਕਰਵਤ ਸਹਿਤ ਕੇਤੇ ਭੂਮ ਮੈਂ ਗੜਤ, ਕੇਤੇ ਸੂਆ ਪੈ ਚੜਤ, ਕੇਤੇ ਦੂਖ ਕਾ ਭਰਤ ਹੈ। ਬਹੁਤ ਸਾਰੇ ਤਾਂ ਕਰਵਤ ਆਰਾ ਲੈ ਲੈਂਦੇ ਨੇ ਕਾਂਸੀ ਵਿੱਚ ਜਾ ਕੇ, ਉਹਦੇ ਨਾਲ ਮਰ ਜਾਂਦੇ ਨੇ। ਆਰਾ ਉੱਪਰੋਂ ਖੂਹ ਤੋਂ ਥੱਲੇ ਡਿੱਗਦਾ ਅਤੇ ਥੱਲੇ ਆਦਮੀ ਨੂੰ ਖੜਾ ਦਿੰਦੇ ਨੇ। ਕੁਛ ਬ੍ਰਾਹਮਣ ਲੋਕ ਨਾ ਉਹਦੀ ਜਾਇਦਾਦ ਸਾਰੀ ਆਪਣੇ ਨਾਲ ਕਰਾ ਕੇ ਫਿਰ ਉਹਨੂੰ ਥੱਲੇ ਬਿਠਾ ਦਿੰਦੇ ਨੇ। ਉਰਤੋਂ ਆਰਾ ਛੱਡਿਆ ਜਾਂਦਾ, ਉਹਦੀਆਂ 2 ਫੜਾ ਕਰ ਦਿੰਦਾ ਉਹ, ਬਸ ਕਹਿੰਦੇ ਤੂੰ ਮੁਕਤ ਹੋ ਗਿਆ। ਅਤੇ ਇੱਦਾਂ ਦੇ ਸਾਧੂ ਪੁਣ ਨੂੰ ਅਸੀਂ ਨਹੀਂ ਮੰਨਦੇ। ਗੁਰੂ ਮਹਾਰਾਜ ਜੀ ਕਹਿੰਦੇ ਵੀ ਅਸੀਂ ਤਾਂ ਕਹਿੰਦੇ ਗੁਰੂ ਕਲਗੀਧਰ ਪਿਤਾ ਜੀ ਦੇ ਸਿੱਖ ਹਾਂ, ਗੁਰੂ ਨਾਨਕ ਮਹਾਰਾਜ ਦੇ ਸਿੱਖ ਹਾਂ। ਅਸੀਂ, ਸਾਡੀ ਜਿਹੜੀ ਫਕੀਰੀ ਹੈ ਗੁਰੂ ਦੇ ਹੁਕਮਾਂ ਦੇ ਮੁਤਾਬਕ ਹੈ। ਪ੍ਰੇਮੀਆਂ, ਜਿਹੜੀ ਤੇਰੇ ਮਨ ਵਿੱਚ ਗੱਲ ਹੈ, ਉਹਦੀ ਤਾਂ ਸਾਡੇ ਸਤਿਗੁਰੂ ਪਾਤਸ਼ਾਹ ਨੇ ਵੀ ਕਿਹਾ, ਰੱਤੀ ਵੀ ਮੁੱਲ ਨਹੀਂ ਹੈ ਉਸਦਾ। ਤਾਂ ਗੈਨ ਮੈਂ ਉਡਤ ਕੇ ਤੇ ਜਲ ਮੈਂ ਰਹਿਤ ਕੇ, ਤੇ ਗਿਆਨ ਕੇ ਵਿਹੀਨ ਜੂ ਕੇ ਸਾਰੇ ਹੀ ਮਰਤ ਹੈ। ਕੋਈ ਸਮਾਨ ਵਿੱਚ ਉੜਦੇ ਹਨ ਤਾਕਤਾਂ ਪੈਦਾ ਕਰਕੇ, ਕੋਈ ਜਲ ਦੇ ਵਿੱਚ ਵੀ ਕ੍ਰੀੜਾ ਕਰਦੇ ਹਨ ਸ਼ਕਤੀਆਂ ਪੈਦਾ ਕਰਕੇ। ਗਿਆਨ ਤੋਂ ਬਿਨਾਂ ਜਿੰਨੇ ਵੀ ਹੈ ਉਹ ਸਾਰੇ ਦੇ ਸਾਰੇ ਹੀ ਅੱਗ ਵਿੱਚ ਸੜ ਕੇ ਮਰ ਜਾਂਦੇ ਹਨ। ਉਹਨਾਂ ਦੀ ਕੋਈ ਵੀ ਵੈਲਿਊ ਨਹੀਂ ਹੈ। ਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਐਸਾ ਗਿਆਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚੋਂ ਪ੍ਰਾਪਤ ਹੁੰਦਾ ਹੈ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤ। ਪੂਰੀ ਜੁਗਤੀ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈ, ਜਿਨ੍ਹਾਂ ਦੀ ਪੂਰੀ ਜੁਗਤੀ ਹੈ ਉਧਾਰ ਕਰਨ ਵਾਸਤੇ। 10 ਰੂਪਾਂ 'ਚ ਇੱਕੋ ਹੀ ਉਹੀ ਰੂਪ ਹੈ। ਜੋਤ 오ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਹੁਣ ਗੁਰੂ ਕਲਗੀਧਰ ਪਿਤਾ ਜੀ ਨੇ 5 ਬ੍ਰਹਮ ਗਿਆਨੀਆਂ ਨੂੰ ਤਾਬਿਆ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਦੰਡਵਤ ਪ੍ਰਣਾਮ ਕਰਕੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖ ਕੇ
ਤੇ ਸਾਨੂੰ ਸਾਰਿਆਂ ਨੂੰ, ਸਾਰੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹੈ ਕਿ ਇਸ ਤਰੀਕੇ ਨਾਲ ਤੁਸੀਂ ਚੱਲੋਗੇ, ਇਹਨਾਂ ਦੇ ਹੁਕਮ ਦੇ ਮੁਤਾਬਕ ਪੂਰੀ ਯੁਕਤੀ ਦੁਆਰਾ ਤੁਹਾਡਾ ਸਾਰਿਆਂ ਦਾ ਹੀ ਭਲਾ ਹੋ ਜਾਏਗਾ। ਜੇ ਆਪਾਂ ਗੁਰੂ ਪਾਤਸ਼ਾਹ ਦਾ ਹੁਕਮ ਮੰਨੀਏ, ਸਤਿਪੁਰਸ਼ੋਂ ਨੂੰ ਕਹਿਣ ਲੱਗੇ, ਉਹ ਨਾਸਤਕ ਨੂੰ, ਲੁਧਿਆਣਾ ਜ਼ਿਲ੍ਹੇ ਦਾ ਹੀ ਸੀ ਉਹ, ਕਹਿੰਦੇ ਗੁਰਮੁਖਾ ਉਹਦੇ 'ਚ ਭਲਾ ਨਹੀਂ ਹੁੰਦਾ। ਸੰਤ ਸਮੂਹ ਅਨੇਕ ਮਤੀ ਕਿ ਉਹਨਾਂ ਦਾ ਇੱਕ ਰੱਤੀ ਵੀ ਮੁੱਲ ਨਹੀਂ ਪੈਂਦਾ ਉਸ ਭੇਖ ਦੇ ਤਰੀਕੇ ਅਨੁਸਾਰ ਸੰਤ ਬਣਨ ਦਾ। ਅਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਸੰਤ ਬਣਨਾ ਸਾਨੂੰ ਸਹੀ ਢੰਗ ਨਾਲ ਇੱਦਾਂ ਸਿਖਾਇਆ ਕਿ ਘਰ ਵਿੱਚ ਰਹਿੰਦਿਆਂ, ਹਸੰਦਿਆਂ, ਖਿਲੰਦਿਆਂ, ਪਨੰਦਿਆਂ, ਖੁਵੰਦਿਆਂ ਵਿੱਚੇ ਹੋਵੇ ਮੁਕਤ। ਘਰ ਵਿੱਚ ਰਹਿੰਦਿਆਂ ਦੀ ਗੁਰੂ ਨਾਨਕ ਮਹਾਰਾਜ ਮੁਕਤੀ ਕਰ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ। 11ਵੇਂ ਗੁਰੂ ਨਾਨਕ ਮਹਾਰਾਜ ਵੀ ਕਹਿ ਸਕਦੇ ਹਾਂ, ਅਤੇ ਗੁਰੂ ਕਲਗੀਧਰ ਪਿਤਾ ਜੀ ਵੀ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੁਣ ਉਹੀ ਸਰੂਪ ਅੱਗੇ ਹੈ ਸੰਸਾਰ ਦੇ ਉਧਾਰ ਵਾਸਤੇ। ਤੇਰੇ ਮਨ 'ਚ ਜਿਹੜੇ ਗਲਤ ਵਿਚਾਰ ਬੈਠੇ ਹੋਏ ਹਨ ਉਹ ਮਨ 'ਚੋਂ ਕੱਢ ਦੇ, ਨਹੀਂ ਤਾਂ ਤੇਰਾ ਵੀ ਭਲਾ ਨਹੀਂ ਹੋਣਾ। ਉਹਨੇ ਬੜੇ ਧਿਆਨ ਨਾਲ ਸੁਣਿਆ। ਉਹ ਨਾਸਤਿਕ ਸੀ ਸਾਰੀ ਉਮਰ ਦਾ ਹੀ, ਪਰ ਉਹ ਗੱਲਾਂ ਉਹਦੇ ਦਿਲ ਨੂੰ ਇਤਨੀਆਂ ਲੱਗੀਆਂ। ਉਹ ਤੋਂ ਬਾਅਦ ਜ਼ੁਬਾਨ 'ਚ ਪਹਿਲਾਂ ਆਇਆ ਕਰੇ, ਅੱਖਾਂ ਮੀਚ ਕੇ ਹੱਥ ਜੋੜ ਕੇ ਬੈਠਿਆ ਕਰੇ ਅਤੇ ਨਾਮ ਜਪਣ ਲੱਗ ਗਿਆ। ਉਹਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕਰ ਲਈ, ਕਿਉਂਕਿ ਸਭ ਤੋਂ ਵੱਡਾ ਜੇ ਕੋਈ ਦਾਤਾ ਹੈ ਤਾਂ ਸਾਧੂ ਹੀ ਹੁੰਦਾ ਹੈ। ਸੰਤਨ ਬਿਨ ਅਵਰ ਨਾ ਦਾਤਾ ਬੀਆ। ਕੋਈ ਰਾਜਾ ਮਹਾਰਾਜਾ ਹੈ, ਉਹ ਕੀ ਦੇ ਦੂ ਕਿਸੇ ਨੂੰ? ਥੋੜ੍ਹਾ ਬਹੁਤਾ ਪੈਸਾ ਦੇ ਦੂ, ਉਹ ਕਿੰਨਾ ਜਣਾਊਗਾ ਉਹਨੂੰ ਦੇ ਕੇ ਵੀ, ਔਰ ਉਹ ਕੁਝ ਸਮੇਂ ਤੱਕ ਮੁੱਕ ਵੀ ਜਾਂਦਾ। ਅੱਗੇ ਰਾੜੇ ਸਾਹਿਬ ਵਾਲੇ ਸਤਿਪੁਰਸ਼ ਇੱਕ ਧਾਰਨਾ ਪੜ੍ਹਦੇ ਹੁੰਦੇ ਸਨ, ਇਹ ਸਾਡੇ ਸਾਰਿਆਂ ਦੇ ਭਲੇ ਵਾਸਤੇ ਆ। ਮੈਂ ਹੌਲੀ ਨੀਵੀਂ ਜੀ ਪੜ੍ਹ ਦਿੰਦਾ, ਨੀਵੀਂ ਜੀ ਪੜ੍ਹ ਸਕਦਾ, ਅਤੇ ਆਪ ਜੀ ਦਾ ਮੌਜ ਹੋਵੇ, ਆਪ ਜੀ ਉੱਚੀ ਪੜ੍ਹ ਸਕੋਗੇ। ਉਹਦਾ ਵਾਰਤਕ ਵਿੱਚ ਇੱਦਾਂ ਹੈ, ਜੇ ਕੋਈ ਸੁੱਖ ਲੈਣ ਵਾਸਤੇ ਯਤਨ ਕਰੇ ਬਈ ਮੈਂ ਸੁਖੀ ਹੋ ਜਾਵਾਂ, ਤਾਂ ਉਹ ਸ਼ਬਦ ਦਾ ਕੁਛ ਹਿੱਸਾ ਸੀ ਅੱਗੇ ਜਾ ਕੇ, ਵਸ ਨਾ ਪਈ ਅਮੀਰਾਂ ਦੇ, ਵਸ ਨਾ ਪਈ ਅਮੀਰਾਂ ਦੇ। ਜੇ ਤੂੰ ਸੁੱਖ ਲੈਣ ਦੀ ਇੱਛਾ ਰੱਖਦਾ ਹੈ ਤਾਂ ਅਮੀਰਾਂ ਦੇ ਜਾਂ ਰਾਜੇ ਮਹਾਰਾਜਿਆਂ ਦੇ ਵੱਸ 'ਚ ਨਾ ਪਈ, ਉਹਨਾਂ ਦਾ ਨੌਕਰ ਨਾ ਬਣੀ। ਬਾਦਸ਼ਾਹਾਂ ਦੇ ਹਲਵੇ ਨਾਲੋਂ ਟੁਕੜੇ ਭਰੇ ਫਕੀਰਾਂ ਦੇ। ਪਹਿਲੇ ਧਾਰਨ ਪੜ੍ਹਦੇ ਹੁੰਦੇ ਸੀ ਰਾੜੇ ਸਾਹਿਬ ਵਾਲੇ। ਹਾਂ, ਹੁਣ ਇਹ ਜ਼ਿਆਦਾ ਆ ਗਈ, ਹੁਣ ਮੈਂ ਉੱਦਾਂ ਪੜ੍ਹ ਦਿੰਦਾ। ਸੁਖ ਨੀਂਦੇ ਜੇ ਸੁੱਤਾ ਚਾਹੇ, ਸੁਖ ਨੀਂਦੇ ਜੇ ਸੁੱਤਾ ਚਾਹੇ, ਬਸ ਨਾ ਪਈ ਅਮੀਰਾਂ ਦੇ, ਬਸ ਨਾ ਪਈ ਅਮੀਰਾਂ ਦੇ। ਜੇ ਆਪ ਜੀ ਪੜ੍ਹ ਸਕਦੇ ਹੋ ਪੜ੍ਹ ਲਓ। ਸੁਖ ਨੀਂਦੇ ਜੇ ਸੁੱਤਾ ਚਾਹੇ, ਸੁਖ ਨੀਂਦੇ ਜੇ ਸੁੱਤਾ ਚਾਹੇ, ਬਸ ਨਾ ਪਈ ਅਮੀਰਾਂ ਦੇ, ਵਾਸ ਨਾ ਪਈ ਅਮੀਰਾਂ ਦੇ। ਬਾਦਸ਼ਾਹਾਂ ਦੇ ਹਲਵੇ ਨਾਲੋਂ ਟੁਕੜੇ ਫਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵੇ ਨਾਲੋਂ ਟੁਕੜੇ ਫਲੇ ਫਕੀਰਾਂ ਦੇ। ਬਾਦਸ਼ਾਹਾਂ ਦੇ ਹਲਵੇ ਨਾਲੋਂ ਟੁਕੜੇ ਫਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਵੇ ਨਾਲੋਂ ਟੁਕੜੇ ਫਲੇ ਫਕੀਰਾਂ ਦੇ। ਪਹਿਲੇ ਸਤਿਪੁਰਸ਼
ਪੜ੍ਹਿਆ ਕਰਦੇ ਸੀ, ਕਿਉਂਕਿ ਕਮਾਈ ਜਿੱਥੇ ਹੁੰਦੀ ਹੈ ਨਾ, ਉਹਦਾ ਜਿਹੜਾ ਜਿਵੇਂ ਭਰੀ ਹੋਈ ਬੰਦੂਕ ਜਿੱਥੇ ਚੱਲਦੀ ਹੈ, ਉਹ ਗਾਹਾਂ ਜਿੱਥੇ ਲੱਗਦੀ ਹੈ ਛੇਕ ਕਰ ਦਿੰਦੀ ਹੈ। ਜੇ ਖਾਲੀ ਬੰਦੂਕ ਕੋਈ ਚਲਾਵੇ, ਉਹ ਛੇਕ ਨਹੀਂ ਗਾਹਾਂ ਕਰ ਸਕਦੀ ਕਿਸੇ ਜਗ੍ਹਾ। ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਹਨ, ਉਹ ਨਾਮ ਦੁਆਰਾ ਭਰੇ ਹੋਏ ਹੁੰਦੇ ਹਨ। ਉਹਨਾਂ ਦਾ ਹਿਰਦਾ ਨਾਮ ਨਾਲ ਰੰਗਿਆ ਹੋਇਆ ਹੁੰਦਾ ਹੈ। ਉਹ ਜਿਹੜੇ ਬਚਨ ਕਰਦੇ ਹਨ, ਉਹ ਛੇਕ ਕਰ ਦਿੰਦੇ ਹਨ। ਕਬੀਰ ਸਤਿਗੁਰ ਸੂਰਮੇ ਬਾਣ ਜੋ ਬਾਹਿਆ ਏਕ, ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇਜੇ ਛੇਕ। ਕਬੀਰ ਜੀ ਭਾਵੇਂ ਆਪਣੇ ਢੰਗ ਨਾਲ, ਇੱਕ ਵੱਖਰੇ ਢੰਗ ਨਾਲ ਉਪਦੇਸ਼ ਲਿਆ ਸੀ ਇਹਨਾਂ ਨੇ। ਪਹਿਲਾਂ ਰਾਮਾਨੰਦ ਜੀ ਨਹੀਂ ਸੀ ਦਿੰਦੇ ਸ਼ੂਦਰਾਂ ਨੂੰ। ਜਿੱਥੇ ਗੰਗਾ ਨਹਾਉਣ ਜਾਂਦੇ ਸੀ, ਉੱਥੇ ਲੰਬਾ ਪੈ ਗਿਆ ਪਹਿਲਾਂ ਹੀ ਜਾ ਕੇ। ਹਨੇਰਾ ਹੁੰਦਾ ਸੀ, ਅੱਗੇ ਟਾਰਚਾਂ ਵੀ ਨਹੀਂ ਸੀ ਹੁੰਦੀਆਂ। ਉਹਨਾਂ ਦਾ ਚਰਨ ਲੱਗਿਆ, 12 ਵਜੇ ਨਹਾਉਣ ਜਾਂਦੇ ਸੀ, ਅਤੇ ਉਹ ਹਿੱਲਿਆ। ਜਾਂ ਹਿੱਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕੋਈ ਆਦਮੀ ਆ। ਕਹਿੰਦੇ ਉੱਠ ਰਾਮ ਕੇ ਰਾਮ ਕਹੋ। ਫਿਰ ਉਹਨਾਂ ਨੇ 8 ਪਹਿਰ ਸ਼ੁਰੂ ਕਰ ਦਿੱਤਾ। ਗੁਰਬਾਣੀ ਵਿੱਚ ਰਾਮ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਸਾਰੇ ਰਮਿਆ ਹੋਇਆ, ਪਰਿਪੂਰਨ, ਵਿਆਪਕ ਹੈ। ਜर्रे ਜर्रे ਦੇ ਵਿੱਚ ਸਭਾ ਘਟ ਰਾਮ ਬੋਲਾ, ਰਾਮਾ ਬੋਲਾ, ਰਾਮ ਬਿਨਾ ਕੋਈ ਬੋਲਾ ਰੇ। ਉਹ ਰਾਮ ਦੀ ਗੱਲ ਹੈ। ਹੌਲੀ ਹੌਲੀ ਉਹ ਰਾਮ ਦਾ ਰੂਪ ਹੀ ਬਣ ਗਿਆ। ਅਤੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਸੰਤ ਕਬੀਰ ਜੀ ਨੂੰ ਵੀ ਨਾਲ ਮੱਥਾ ਟੇਕਦੇ ਹਾਂ। ਇਹ ਸਾਧੂ ਬਣ ਗਿਆ ਜਿਹੜਾ ਐਡਾ ਵੱਡਾ ਨਾਸਤਿਕ ਸੀ, ਕਿਉਂਕਿ ਰੰਗੇ ਹੋਏ ਹਿਰਦੇ ਵਿੱਚੋਂ ਅਤੇ ਨਾਮ ਜਪਣ ਵਾਲੀ ਜ਼ੁਬਾਨ ਵਿੱਚੋਂ ਉਹਨੂੰ ਗੁਰੂ ਪਾਤਸ਼ਾਹ ਦੇ ਬਚਨ ਸੁਣਾਏ ਗਏ। ਉਦੋਂ ਮੁੜ ਕੇ ਉਹਨੂੰ ਭਗਤ ਜੀ ਕਹਿਣ ਲੱਗ ਗਏ ਉੱਥੇ ਨਰੋਬੀ ਵਿੱਚ। ਜਿਹੜਾ ਨਾਸਤਿਕ ਸੀ, ਰੱਬ ਨੂੰ ਨਹੀਂ ਸੀ ਮੰਨਦਾ। ਅਤੇ ਆਪ ਜੀ ਬਹੁਤ ਸਾਰੇ ਸਤਿਪੁਰਸ਼ਾਂ ਦੇ ਬਚਨ ਸੁਣਦੇ ਹੋ। ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਸ਼, ਉਹਨਾਂ ਦੇ ਵੀ ਬਚਨ ਆਪ ਜੀ ਸਰਵਣ ਕਰਦੇ ਹੋ। ਪੂਰਨ ਪੁਰਖ ਸੀ, ਸਾਰੀ ਕੌਮ ਦੇ ਪੂਜਨੀਕ ਸੀ, ਰੋਸ਼ਨੀ ਦੇਣ ਵਾਲੇ ਸੀ ਸਾਰਿਆਂ ਨੂੰ। ਜਿੰਨੇ ਵੀ ਸਾਧੂ ਨਾਮ ਜਪਣ ਵਾਲੇ ਹੋਏ ਨੇ, ਉਹ ਚਾਨਣ ਮਨਾਰਾ ਹੁੰਦੇ ਨੇ, ਸਾਡੇ ਸਾਰਿਆਂ ਦੇ ਪੂਜਕ ਹੁੰਦੇ ਨੇ। ਸੰਤ ਬਾਬੇ ਜਰਨੈਲ ਸਿੰਘ ਉਹਨਾਂ ਨੂੰ ਤਾਂ ਕੋਈ ਭੁੱਲ ਹੀ ਨਹੀਂ ਸਕਦਾ ਜੋ ਕੁਛ ਉਹਨਾਂ ਨੇ ਕਰਕੇ ਦਿਖਾ ਦਿੱਤਾ। ਅਤੇ ਸੰਤ ਬਾਬਾ ਰਣਧੀਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਨਾਮ ਜਪਿਆ, ਸਾਧੂ ਬਣ ਗਏ, ਉਹਨਾਂ ਦੀ ਵੀ ਦੇਣ ਆਪਾਂ ਦੇ ਨਹੀਂ ਸਕਦੇ। ਯਤਨ ਕਰਨਾ ਆਪਾਂ ਸਾਰਿਆਂ ਨੇ ਭਾਈ, ਇੰਨੀ ਏਕਤਾ ਸਾਡੇ ਵਿੱਚ ਆ ਜਾਏ। ਗੁਰੂ ਪਾਤਸ਼ਾਹ ਨੇ ਦੱਸਿਆ, ਪਹਿਲਾਂ ਆਪਾਂ ਲਾਈਨ ਪੜ੍ਹੀ ਸੀ ਗੁਰੂ ਮਹਾਰਾਜ ਦੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਹੁੱਲੇ ਬੁਲਾਏ, ਦੁਐਤ ਭਾਵਨਾ ਦੂਰ ਕਰ ਦਿਓ, ਹਰ ਨਾਮਾ ਕੀ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਸਾਏ। ਇਹਦੇ ਵਿੱਚ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ, ਸਾਡੇ ਵਿੱਚ ਏਕਤਾ, ਪਿਆਰ ਆ ਜਾਏ। ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੈ ਪਾਏ ਜੀਓ। ਸਾਨੂੰ ਇੱਦਾਂ ਦੇ ਗੁਰੂ ਨਾਨਕ ਮਹਾਰਾਜ ਬਣਾ ਦੇਵੇ, ਸਾਡੇ ਵਿੱਚੋਂ ਈਰਖਾ, ਦੁਐਤਾਂ, ਨਿੰਦਿਆ, ਚੁਗਲੀ ਇਹ ਦੂਰ ਕਰ ਦੇਵੇ, ਤਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਸਕੀਏ, ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੁੜ ਸਕੀਏ। ਇਤਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।